ਦਿੱਲੀ ਤੋਂ ਆ ਕੇ ਫਰੀਦ ਜੀ 20 ਸਾਲ ਹਾਂਸੀ ਵਿੱਚ ਰਹੇ। ਉਹਨਾਂ ਨੇ ਆਪਣੀ ਮਾਤਾ ਤੇ 2 ਪਤਨੀਆਂ ਨੂੰ ਬੱਚਿਆਂ ਸਮੇਤ ਆਪਣੇ ਪਿੰਡ ਕੋਠੀਵਾਲ ਮੁਲਤਾਨ ਤੋਂ ਹਾਂਸੀ ਬੁਲਾ ਲਿਆ। ਫਰੀਦ ਜੀ ਦੇ 2 ਨਿਕਾਹ ਪਹਿਲਾਂ ਤੇ ਤੀਸਰਾ ਦਿੱਲੀ ਦੇ ਬਾਦਸ਼ਾਹ ਦੀ ਬੇਟੀ ਹਸਬਰਾ ਨਾਲ ਹੋਇਆ ਸੀ ਤੇ ਇੱਕ ਪਾਕ ਪੱਤਨ ਵਿੱਚ ਜਾ ਕੇ ਨਿਕਾਹ ਕਰਾਇਆ ਸੀ। ਉਸ ਦਾ ਵੇਰਵਾ ਅਸੀਂ ਅੱਗੇ ਦੇਵਾਂਗੇ। ਅਰਥਾਤ ਫਰੀਦ ਜੀ ਆਪਣੀਆਂ 3 ਪਤਨੀਆਂ, ਬੱਚੇ ਅਤੇ ਮਾਤਾ ਸਮੇਤ ਹਾਂਸੀ ਵਿੱਚ ਰਹੇ। ਇਸ ਜਗ੍ਹਾ ਰਹਿ ਕੇ ਫਰੀਦ ਜੀ ਨੇ ਇਸਲਾਮ ਦਾ ਬਹੁਤ ਪ੍ਰਚਾਰ ਕੀਤਾ ਤੇ ਬਹੁਤ ਸਾਰੀ ਰੱਬੀ ਬਾਣੀ ਦੇ ਸ਼ਲੋਕ ਦੀ ਰਚਨਾ ਕੀਤੀ। ਫਰੀਦ ਜੀ ਆਪਣੇ ਦਰਬਾਰ ਵਿੱਚ ਆਏ ਸ਼ਰਧਾਲੂਆਂ ਨੂੰ ਊਚ ਨੀਚ, ਜਾਤ ਪਾਤ ਤੇ ਅਮੀਰ ਗਰੀਬ ਦਾ ਭੇਦ ਮਿਟਾਉਣ ਬਾਰੇ ਕਹਿੰਦੇ ਕਿ ਸਭ ਇੱਕ ਹੀ ਖੁਦਾ ਦੇ ਬੰਦੇ ਹਨ, ਪਰ ਹਰ ਜੀਵ ਜੰਤੂ ਵਿੱਚ ਉਸ ਦਾ ਵਾਸਾ ਹੈ। ਕਿਸੇ ਨੂੰ ਵੀ ਕੋਈ ਭੈੜੀ ਗੱਲ ਕਰਕੇ ਉਸ ਦਾ ਦਿਲ ਨਾ ਦੁਖਾਓ। ਹੰਕਾਰ, ਲਾਲਚ ਤੇ ਕ੍ਰੋਧ ਦਾ ਤਿਆਗ ਕਰਨਾ ਚਾਹੀਦਾ ਹੈ। ਨੀਅਤ ਸਾਫ਼ ਰੱਖਣੀ ਚਾਹੀਦੀ ਹੈ। ਕਾਮ ਵਾਸ਼ਨਾ ਦੀਆਂ ਭੁੱਖੀਆਂ ਇੰਦਰੀਆਂ ਤੇ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ। ਕਿਸੇ ਦੀ ਪਰਾਈ ਇਸਤਰੀ ਜਾਂ ਧੀ ਭੈਣ ਨੂੰ ਵੇਖ ਆਪਣਾ ਦਿਲ ਨਹੀਂ ਡੋਲਣਾ ਦੇਣਾ ਚਾਹੀਦਾ। ਹਰ ਇੱਕ ਨੂੰ ਮਾਂ, ਧੀ, ਭੈਣ ਦੇ ਬਰਾਬਰ ਸਮਝਣਾ ਚਾਹੀਦਾ ਹੈ। ਕਿਸੇ ਨਾਲ ਬਦਲਾ ਲੈਣ ਵਾਲੀ ਨੀਤੀ ਨਹੀਂ ਅਪਣਾਉਣੀ ਚਾਹੀਦੀ। ਇਸ ਨਾਲ ਵੈਰ ਖਤਮ ਨਹੀਂ ਹੁੰਦੇ, ਸਗੋਂ ਵੱਧਦੇ ਹਨ। ਇੱਥੋਂ ਤੱਕ ਕਿ ਕਿਸੇ ਬਹੁਤ ਬੁਰੇ ਆਦਮੀ ਦਾ ਵੀ ਭਲਾ ਕਰਨਾ ਚਾਹੀਦਾ ਹੈ। ਇਹ ਜੋ ਮਾਨਸ ਦੇਹੀ ਬਹੁਤ ਚੰਗੇ ਕਰਮਾਂ ਕਰਕੇ ਪ੍ਰਾਪਤ ਹੋਈ ਹੈ, ਇਸ ਨੂੰ ਐਵੇਂ ਨਹੀਂ ਗਵਾ ਦੇਣਾ ਚਾਹੀਦਾ। ਇਸ ਜਗਤ ਸਰਾਂ ਵਿੱਚੋਂ ਕੁਝ ਖੱਟ ਕੇ ਜਾਣਾ ਚਾਹੀਦਾ ਹੈ। ਅਰਥਾਤ ਇਹੋ ਜਿਹੇ ਕਰਮ ਕਰਨੇ ਚਾਹੀਦੇ ਹਨ ਜਿਸ ਨਾਲ ਆਦਮੀ ਨੂੰ ਦੋਜ਼ਖਾਂ ਦੀ ਮਾਰ ਨਾ ਪਏ। ਫਰੀਦ ਜੀ ਰੋਜ਼ ਹੀ ਬਾਣੀ ਉਚਾਰਨ ਕਰਕੇ ਆਪਣੇ ਸ਼ਰਧਾਲੂਆਂ ਨੂੰ ਦੱਸਦੇ ਹਨ ਕਿ ਇਸ ਜਗਤ ਵਿੱਚ ਆਈਆਂ ਕਿਹੜੇ ਕੰਮ ਕਰਨੇ ਚੰਗੇ ਮਾੜੇ ਹਨ, ਜਿਨ੍ਹਾਂ ਦੇ ਕੀਤਿਆਂ ਇਸ ਸਰੀਰ ਨੂੰ ਨਰਕਾਂ ਦੀ ਮਾਰ ਨਹੀਂ ਪੈਂਦੀ। ਉਹਨਾਂ ਨੇ ਕੁਝ ਸ਼ਲੋਕ ਵਿਚਾਰ ਗੁਜ਼ਰੇ ਹਨ। ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੀ ਕਾਂਡੇ ਕੱਚਿਆ। ਰਤੇ ਇਸਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਪੋਏ ਪਾਰ ਤੀਏ। ਆਪ ਲੀਏ ਲੜ ਲਾਏ ਦਰ ਦਰਵੇਸ ਸੇ, ਤਿਨ ਤਨ ਜੜੇ ਦੀ ਮਾਓ ਆਏ ਸਫਲ ਸੇ। ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ, ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂੰ। ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੇ ਖੈਰ ਦੀਜੇ ਬੰਦਗੀ। ਅਰਥਾਤ ਜਿਨ੍ਹਾਂ ਨੂੰ ਦਿਲੋਂ ਰੱਬ ਨਾਲ ਪਿਆਰ ਹੈ, ਉਹ ਹੀ ਸੱਚੇ ਆਸ਼ਿਕ ਹਨ। ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਤੇ ਮੂੰਹ ਵਿੱਚ ਕੁਝ ਹੋਰ ਬੋਲਦੇ ਹਨ, ਉਹ ਕੱਚੇ ਹਨ। ਜਿਹੜੇ ਖੁਦਾ ਦੇ ਇਸ਼ਕ ਵਿੱਚ ਰਤੇ ਹਨ, ਉਹ ਹੀ ਰੱਬ ਦੇ ਦਰਸ਼ਨ ਦੀਆਂ ਰੰਗਾਂ ਵਿੱਚ ਰੰਗੇ ਰਹਿੰਦੇ ਹਨ। ਇਹ ਪਰ ਜਿਨ੍ਹਾਂ ਨੇ ਇੱਥੇ ਆ ਕੇ ਰੱਬ ਦੇ ਨਾਮ ਨੂੰ ਵਿਸਾਰ ਛੱਡਿਆ ਹੈ, ਉਹ ਧਰਤੀ ਤੇ ਇੱਕ ਪੱਥਰ ਵਾਂਗ ਭਾਰ ਹੀ ਹਨ। ਜਿਨ੍ਹਾਂ ਮਹਾਂਪੁਰਖਾਂ ਨੂੰ ਪ੍ਰਭੂ ਨੇ ਆਪਣੇ ਲੜ ਲਾ ਲਿਆ ਹੈ, ਉਹ ਉਸ ਰੱਬ ਦੇ ਸੱਚੇ ਫਕੀਰ ਸਮਝੇ ਜਾਂਦੇ ਹਨ। ਉਹਨਾਂ ਦੀ ਜਨਮ ਦੇਣ ਵਾਲੀ ਮਾਤਾ ਵੀ ਧਨ ਹੁੰਦੀ ਹੈ ਤੇ ਉਹਨਾਂ ਦਾ ਇਸ ਸੰਸਾਰ 'ਚ ਆਉਣ ਵੀ ਸਫਲ ਹੋ ਜਾਂਦਾ ਹੈ। ਹੇ ਪਾਲਣਹਾਰ ਅਪਾਰ ਅਗਮ ਪ੍ਰਭੂ, ਤੂੰ ਬੇਅੰਤ ਹੈ, ਤੇਰਾ ਅੰਤ ਕਿਸੇ ਨਹੀਂ ਪਾਇਆ। ਜੇਕਰ ਤੈਨੂੰ ਕਿਸੇ ਜਾਣ ਲਿਆ, ਇਹ ਸਭ ਕੁਝ ਸਮਝ ਲਿਆ ਹੈ, ਤਾਂ ਉਹਨਾਂ ਦੇ ਪੈਰ ਚੁੰਮਦਾ ਹਾਂ। ਹੇ ਜਗ ਦੇ ਪਾਲਣਹਾਰ ਖੁਦਾ, ਮੈਂ ਤੇਰਾ ਸ਼ਰਨ ਆਇਆ ਹਾਂ, ਤੂੰ ਬਖਸ਼ਣਹਾਰ ਹੈ। ਮੈਨੂੰ ਸ਼ੇਖ ਫਰੀਦ ਨੂੰ ਆਪਣੀ ਬੰਦਗੀ ਦਾ ਖੈਰ ਦੇ। ਇਹ ਸ਼ਬਦ ਫਰੀਦ ਜੀ ਨੇ ਰਾਗ ਆਸਾ ਵਿੱਚ ਉਚਾਰਿਆ ਹੈ ਤੇ ਇਹ ਸ਼ਬਦ ਰਾਗ ਸੂਹੀ ਵਿੱਚ ਉਚਾਰ ਕੇ ਉਪਦੇਸ਼ ਦਿੰਦੇ ਹਨ। बेड़ा बंध न सकियो बंधन की वेला, पर सवर जब उछले तब तरन दुहेला। हथ न लाए कसुम्बड़े जल जासी डोला, एक अपीने पतली सहकेरे बेला। दुधा थड़ी न आवई फिर होए न मेला, कहे फरीद सहेलियो सहो अलाए सी। हंस चलसी डूमड़ा
ਇਹ ਤਨ ਡੇਰੀ ਥੀ ਸੀ। ਹੇ ਖੁਦਾ ਦੇ ਪਿਆਰਿਓ, ਜਦੋਂ ਬੇੜਾ ਬੰਨਣ ਦਾ ਵੇਲਾ ਸੀ, ਨਾਮ ਸਿਮਰਨ ਦਾ ਵੇਲਾ, ਉਸ ਖੁਦਾ ਦੇ ਬੰਦਗੀ ਕਰਨ ਦਾ ਵੇਲਾ, ਤਾਂ ਉਸ ਵਕਤ ਤੂੰ ਬਣ ਨਾ ਸਕਿਆ। ਜਦੋਂ ਫਿਰ ਸਮੁੰਦਰ ਭਰ ਕੇ ਕੰਢਿਆਂ ਤਾਈਂ ਹੋਇਆ, ਉਛਾਲੇ ਖਾਣ ਲੱਗ ਪਵੇਗਾ। ਤੇਰੇ ਦਿਨ ਆਖਰੀ ਆ ਜਾਣਗੇ, ਤੂੰ ਲੰਮੀਆਂ ਸਾਹਾਂ ਤੇ ਪਹੁੰਚ ਜਾਵੇਗਾ ਉਸ ਵੇਲੇ, ਤਦ ਇਸ ਵਿੱਚ ਤਰਨਾ ਮੁਸ਼ਕਿਲ ਹੋ ਜਾਵੇਗਾ। ਹੇ ਭਗਤ ਜਨੋ, ਇਹਨਾਂ ਦਿਲ ਖਿਚਵੇਂ ਵਿਸ਼ਵਿਆਂ ਨੂੰ ਕਸੁੰਬੇ ਹੱਥ ਨਾ ਲਾਵੀਂ, ਤੇਰੀ ਹੱਥ ਸੜ ਜਾਵੇਗਾ। ਇੱਕ ਦੇ ਜੀਵ ਰੂਪ ਇਸਤਰੀ ਆਪ ਕਮਜ਼ੋਰ ਹੈ, ਦੂਸਰੇ ਸਹੋ ਪ੍ਰਭੂ ਦੇ ਬੋਲ ਬੜੇ ਹੀ ਸਖਤ ਹਨ। ਹੇ ਭਾਈ, ਇਸ ਤਰ੍ਹਾਂ ਇੱਕ ਵਾਰ ਥੜਾਂ ਵਿੱਚੋਂ ਨਿਕਲਿਆ ਦੁੱਧ ਮੁੜ ਥੜਾਂ ਵਿੱਚ ਵਾਪਸ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜੇ ਇਸ ਤੇਰਾ ਮਾਨਸ ਜਨਮ ਲੰਘ ਗਿਆ ਤੇ ਮੁੜ ਕੇ ਤੈਨੂੰ ਇਹ ਖੋਰੇ ਮਿਲਣਾ ਹੈ ਕਿ ਨਹੀਂ, ਤੇ ਫਿਰ ਤੇਰਾ ਪ੍ਰਭੂ ਨਾਲ ਮੇਲ ਨਹੀਂ ਹੋਵੇਗਾ। ਹੇ ਮੇਰੇ ਮਿੱਤਰੋ, ਇਹ ਯਾਦ ਰੱਖੋ ਕਿ ਪ੍ਰਭੂ ਸਾਨੂੰ ਇੱਕ ਨਾ ਇੱਕ ਦਿਨ ਸਭ ਨੂੰ ਮੌਤ ਦਾ ਸੱਦਾ ਦੇ ਕੇ ਬੁਲਾ ਲਵੇਗਾ, ਤੇ ਇਸ ਵਕਤ ਸਰੀਰ ਵਿੱਚੋਂ ਆਤਮਾ ਨਿਕਲ ਕੇ ਤੁਰ ਪਵੇਗੀ, ਤੇ ਇਹ ਤੇਰੀ ਮੱਖਣਾ ਪਾਲੀ ਦੇਹੀ ਮਿੱਟੀ ਦੀ ਢੇਰੀ ਹੋ ਜਾਵੇਗੀ। ਫਿਰ ਸਲੋਕ ਉਚਾਰ ਕੇ ਫਰੀਦ ਜੀ ਆਪਣੇ ਆਪ ਨੂੰ ਕਹਿੰਦੇ ਹਨ, ਕਿੰਜ ਨ ਬੁੱਝੈ ਕਿੰਜ ਨ ਸੁੱਝੈ, ਦੁਨੀਆ ਗੂੰਜੀ ਪਾਏ, ਸਾਈਂ ਮੇਰੇ ਚੰਗਾ ਕੀਤਾ, ਨਾਹੀ ਤਾਂ ਹੰਬੀ ਦਗਹਿ ਆਏ। ਇਸ ਦੁਨੀਆ ਵਿੱਚ ਆ ਕੇ ਕੁਝ ਵੀ ਸੁੱਝਣਾ ਬੁੱਝਣਾ ਨਹੀਂ, ਕਿਸੇ ਚੰਗੇ ਮਾੜੇ ਕੰਮ ਦੀ ਪਹਿਚਾਣ ਨਹੀਂ। ਮੋਹ ਮਾਇਆ ਰੂਪੀ ਜੰਜਾਲ ਹੈ, ਇਹ ਇੱਕ ਗੁੰਜੀ ਅੱਗ ਹੈ। ਇਸ ਤੋਂ ਕਿਸ ਤਰ੍ਹਾਂ ਬਚਿਆ ਜਾਵੇ? ਪਰ ਮੇਰੇ ਸਾਈਂ ਖੁਦਾ ਨੇ ਮੇਰੇ ਤੇ ਬਹੁਤ ਮਿਹਰ ਕੀਤੀ ਹੈ, ਨਹੀਂ ਤੇ ਮੈਂ ਵੀ ਇਸ ਗੁੱਝੀ ਅੱਗ ਵਿੱਚ ਸੜਦੇ ਰਹਿਣਾ ਸੀ। ਇਸ ਤ੍ਰਿਸ਼ਨਾ ਦੀ ਬਲ ਰਹੀ ਅੱਗ ਅੰਦਰ ਦੁਨੀਆ ਦੇ ਬਹੁਤ ਲੋਕ ਸੜ ਰਹੇ ਹਨ। ਕੋਈ ਵਿਰਲਾ ਹੀ ਚੰਗੇ ਭਾਗਾਂ ਨਾਲ ਮਨੁੱਖ ਹੈ ਜਿਸ ਤੇ ਪਰਮਾਤਮਾ ਨੇ ਮਿਹਰ ਕੀਤੀ ਹੈ ਤੇ ਉਹ ਅੱਗ ਵਿੱਚ ਨਹੀਂ ਸੜਦਾ। ਅੱਗੇ ਸਲੋਕ ਉਚਾਰਨ ਹਨ, ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਮਲ ਬੁੱਕ ਭਰੀ, ਜੇ ਜਾਣਾ ਸੋ ਨੰਡੜਾ, ਤਾਂ ਥੋੜਾ ਮਾਣ ਕਰੀ। ਫਰੀਦ ਜੀ ਆਖਦੇ ਹਨ ਕਿ ਇਹ ਜੀਵ ਰੂਪੀ ਇਸਤਰੀ ਆਖਦੀ ਹੈ, ਜੇਕਰ ਮੈਂ ਇਹ ਜਾਣਦੀ ਕਿ ਮੇਰੀ ਸਵਾਸ ਥੋੜੇ ਹਨ ਤਾਂ ਐਵੇਂ ਇਹਨਾਂ ਨੂੰ ਨਾ ਗਵਾਉਂਦੀ। ਮੈਂ ਦੁਨੀਆ ਦੇ ਭੈੜੇ ਕਰਮ ਕਰਕੇ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਇਹ ਸਮਾਂ ਜਿਹੜਾ ਕਿ ਬੜਾ ਕੀਮਤੀ ਸੀ ਨਾ ਗਵਾਉਂਦੀ। ਕਿਤੇ ਮੈਨੂੰ ਜੇਕਰ ਇਹ ਪਤਾ ਲੱਗ ਜਾਂਦਾ ਕਿ ਮੇਰਾ ਪਤੀ ਪਰਮਾਤਮਾ ਬੜਾ ਹੀ ਬੇਪਰਵਾਹ ਹੈ, ਇੱਕ ਨਿੱਕੇ ਬਾਲਕ ਵਾਂਗ, ਤਾਂ ਮੈਂ ਇੰਨਾ ਮਾਣ ਨਾ ਕਰਦੀ। ਅਰਥਾਤ ਹੰਕਾਰ ਕਰਨਾ ਚੰਗਾ ਨਹੀਂ। ਇਹ ਜਿਹੜੇ ਆਦਮੀ ਦੇ 5 ਵੈਰੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹਨ, ਇਹਨਾਂ ਨੂੰ ਆਪਣੇ ਮਿੱਤਰ ਨਾ ਬਣਾ ਕੇ ਰੱਬ ਦੇ ਦਿੱਤੇ ਹੋਏ ਥੋੜੇ ਜਿਹੇ ਦਿਨ ਐਵੇਂ ਫਜ਼ੂਲ ਕੰਮਾਂ ਵਿੱਚ ਨਹੀਂ ਗਵਾਉਣਾ ਚਾਹੁੰਦੀ ਸੀ। ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਫਰੀਦ ਜੀ ਉਪਦੇਸ਼ ਦਿੰਦੇ ਹਨ ਕਿ ਜੋ ਪੁਰਖ ਬੀਜਦਾ ਕਿੱਕਰ ਹੈ ਤੇ ਚਾਹੁੰਦਾ ਹਾਂ ਕਿ ਉਸ ਦੇ ਦਰਖਤ ਨੂੰ ਦਾਖਾਂ ਅੰਗੂਰ ਲੱਗਣ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜੋ ਬੀਜੇਗਾ ਸੋ ਹੀ ਕੱਟੇਗਾ। ਇਸ ਤਰ੍ਹਾਂ ਜੇਕਰ ਕੋਈ ਪੇਂਡਾ ਆਦਿ ਦੀ ਉੱਨ ਲਾ ਕੇ ਕਹੇ ਕਿ ਮੈਂ ਰੇਸ਼ਮ ਪਾਉਣਾ ਹੈ, ਇਹ ਵੀ ਨਹੀਂ ਹੋ ਸਕਦਾ। ਅਰਥਾਤ ਜੇਕਰ ਕੋਈ ਕਰਮ ਮਾੜੇ ਕਰਦਾ ਹੈ ਤੇ ਦਿਲ ਵਿੱਚ ਉਸ ਦੇ ਫਲ ਚੰਗੇ ਦੀ ਆਸ ਆਈ ਬੈਠਾ ਹੈ, ਉਹ ਉਸ ਨੂੰ ਨਹੀਂ ਮਿਲਦੇ। ਜੇ ਉਹ ਕਰਮ ਕਰੇਗਾ ਉਹੋ ਜਿਹੇ ਉਹ ਫਲ ਪਾਵੇਗਾ। ਫਰੀਦਾ ਸੋਈ ਸਰਵਰ ਢੂੰਢ ਲੈ,
ਜਿੱਥੇ ਲੜੀ ਵੱਥ, ਛੱਪੜ ਡੂਡੇ ਕਿਆ ਹੋਵੇ, ਚਿੱਕੜ ਡੂਬੇ ਹੱਥ। ਫਰੀਦ ਜੀ ਉਪਦੇਸ਼ ਕਰਦੇ ਹਨ, ਉਹ ਤਲਾਬ ਲੱਭੋ ਜਿਸ ਵਿੱਚੋਂ ਤੁਹਾਨੂੰ ਲੋੜੀਂਦੀ ਚੀਜ਼ ਲੱਭ ਪਵੇ। ਜੇਕਰ ਤੁਸੀਂ ਛੱਪੜ ਵਿੱਚ ਹੱਥ ਮਾਰੋਗੇ ਤਾਂ ਚੰਗੀ ਚੀਜ਼ ਲੱਭਣ ਦੀ ਬਜਾਏ ਤੁਹਾਡੇ ਹੱਥ ਚਿੱਕੜ ਨਾਲ ਲਿਬੜ ਜਾਣਗੇ। ਅਰਥਾਤ ਜ਼ਿੰਦਗੀ ਵਿੱਚ ਹਮੇਸ਼ਾ ਚੰਗੀ ਸੰਗਤ ਕਰ, ਤਦ ਹੀ ਤੈਨੂੰ ਲਾਭ ਪ੍ਰਾਪਤ ਹੋਵੇਗਾ। ਜੇਕਰ ਤੂੰ ਮਾੜੇ ਬੰਦਿਆਂ ਦੀ ਸੰਗਤ ਕਰੇਂਗਾ ਤਾਂ ਤੇਰੇ ਪੱਲੇ ਬੁਰਿਆਈ ਹੀ ਪਵੇਗੀ।